ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰੀ ਜਸ ਆਪ ਕੀਰਤਨ ਰਾਹੀਂ ਸਰਵਨ ਕਰ ਰਹੇ ਸੀ। ਮਾਨੇਵਰ ਸ਼੍ਰੀ ਲਛਮਣ ਚੇਲਾ ਰਾਮ ਜੀ ਪਾਸੋਂ ਇੱਕ ਦੌਰ ਸਿੱਖ ਜਗਤ ਵਿੱਚ ਐਸਾ ਲੰਘਿਆ, ਸਿਰਮੌਰ ਕੀਰਤਨੀਏ ਰਵਾਬੀ ਹੁੰਦੇ ਸਨ। ਪ੍ਰਮਾਣਾਂ ਦੇ ਕੀਰਤਨ ਨੂੰ ਜਨਮ ਦਿੱਤਾ ਸੀ ਭਾਈ ਚਾਂਦ ਅਫਜ਼ਾਲ ਨੇ, ਔਰ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਨ ਕਰਦੇ ਸਨ। ਭਾਈ ਮੁਖਤਿਆਰ, ਭਾਈ ਮੋਤੀ, ਔਰ ਇਸ ਤੋਂ ਇਲਾਵਾ ਭਾਈ ਲਾਲ, ਭਾਈ ਸੁੰਦਰ ਦੇਸ਼ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਵਿੱਚ ਰਹਿ ਗਏ। ਔਰ ਇਸੇ ਤਰੀਕੇ ਦੇ ਨਾਲ ਮੈਨੂੰ ਯਾਦ ਹੈ ਲਾਲਾ ਛਬੀਲ ਦਾਸ ਫਰੰਟੀਅਰ ਦੇ ਇਲਾਕੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਹੁੰਦੇ ਸਨ। ਸਿੰਧ ਦੇ 'ਚ ਕੀਰਤਨ ਜਿੱਥੇ ਭਗਤ ਕੰਵਰ ਰਾਮ ਆਪਣੇ ਢੰਗ ਨਾਲ ਕਰਦੇ ਸਨ, ਉੱਥੇ ਇਹ ਦਾਦਾ ਚੇਲਾ ਰਾਮ ਆਪਣੇ ਢੰਗ ਨਾਲ ਸਿੰਧੀ ਸਮਾਜ ਦੇ 'ਚ ਔਰ ਪੰਜਾਬੀ ਸੰਗਤਾਂ ਦੇ 'ਚ ਗੁਰਬਾਣੀ ਦਾ ਹਰ ਜਸ ਕੀਰਤਨ ਕਰਦੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਰਾਮਾਨੰਦ ਨੇ, ਪਰਮਾਨੰਦ ਨੇ, ਫਰੀਦ ਨੇ, ਕਬੀਰ ਨੇ, ਔਰ ਗੁਰਦੁਆਰੇ ਦੀ ਸ਼ੋਭਾ ਵੀ ਤਾਂ ਬਣਦੀ ਹੈ ਇੱਥੇ ਅੱਲਾ ਆਖਣ ਵਾਲੇ ਵੀ ਬੈਠੇ ਹੋਣ, ਇੱਥੇ ਰਾਮ ਅਲਾਪਣ ਵਾਲੇ ਵੀ ਬੈਠੇ ਹੋਣ, ਔਰ ਇੱਥੇ ਵਾਹਿਗੁਰੂ ਦੀ ਧੁਨੀ ਦਾ ਰਸ ਲੈਣ ਵਾਲੇ ਵੀ ਬੈਠੇ ਹੋਣ। ਜਦ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠ ਸਕਦੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਇਕੱਠ ਚਾਹੀਦਾ ਹੈ। ਬਦਕਿਸਮਤੀ ਇਹ ਨਵੀਂ ਜਨਰੇਸ਼ਨ ਨੂੰ ਇਸ ਦਾ ਕੁਝ ਪਤਾ ਨਹੀਂ, ਤੇ ਪੁਰਾਤਨਤਾ ਨੂੰ ਅਸੀਂ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਜੋ ਅੱਜ ਤੁਸੀਂ ਪ੍ਰਮਾਣਾਂ ਦਾ ਕੀਰਤਨ ਸੁਣਦੇ ਹੋ, ਇਸ ਦੇ ਜਨਮਦਾਤਾ ਨੇ ਭਾਈ ਚਾਂਦ। ਕੁਝ ਬਜ਼ੁਰਗ ਅਜੇ ਵੀ ਮੌਜੂਦ ਨੇ ਜੋ ਕਹਿੰਦੇ ਨੇ ਜਦ ਭਾਈ ਚਾਂਦ ਕੀਰਤਨ ਕਰਦੇ ਸਨ ਤਾਂ ਕੀਰਤਨ ਦਾ ਰੂਪ ਹੋ ਜਾਂਦੇ ਸਨ। ਭਾਵੇਂ ਮੇਰਾ ਬਚਪਨਾ ਸੀ, ਮੈਂ 10, 11, 12 ਸਾਲ ਦੀ ਉਮਰ ਦੇ ਵਿੱਚ ਉਹ ਜਦ ਡਿਸਟ੍ਰਿਕਟ ਬੰਨੂ ਦੇ ਆਉਂਦੇ ਸਨ, ਮੈਂ ਸੁਣਦਾ ਸੀ। ਜਿਸ ਦਿਨ ਭਾਈ ਚਾਂਦ ਦਾ ਕੀਰਤਨ ਆਉਂਦਾ ਸੀ, ਗੁਰਦੁਆਰਾ ਭਰਿਆ ਹੁੰਦਾ ਸੀ। ਅੱਧੇ ਕੇਸਾਦਾਰੀ ਸਿੰਘ, ਫਿਰ ਸਹਿਜਦਾਰੀ, ਫਿਰ ਮੁਸਲਮਾਨ ਵੀ ਸੁਣਨ ਆਉਂਦੇ ਸਨ ਗੁਰੂ ਨਾਨਕ ਦੀ ਬਾਣੀ। ਇਸ ਤਰ੍ਹਾਂ ਦਾ ਇੱਕ ਸਾਂਝਾ ਜਿਹਾ ਸਿਲਸਿਲਾ ਚੱਲ ਰਿਹਾ ਸੀ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੇਸੇ ਬਾਹਰਾ ਜੀਓ। ਜਿਹੜੀ ਸੱਚ ਦੀ ਆਵਾਜ਼ ਗੁਰੂ ਨਾਨਕ ਨੇ ਪੰਜਾਬ ਦੇ ਘਰ ਘਰ ਦੇ 'ਚ ਗੁੰਜਾਰ ਪਾਈ, ਉਹੀ ਆਵਾਜ਼ ਗੁਰੂ ਨਾਨਕ ਬਨਾਰਸ ਦੇ 'ਚ ਲੈ ਗਏ, 68 ਤੀਰਥਾਂ ਤੇ ਲੈ ਗਏ। ਉਹੀ ਆਵਾਜ਼ ਗੁਰੂ ਨਾਨਕ ਮੱਕੇ ਮਦੀਨੇ ਲੈ ਗਏ। ਔਰ ਸਾਡੀ ਸਫਲਤਾ, ਸਿੱਖ ਸਮਾਜ ਦੀ ਸਫਲਤਾ ਤਾਂ ਹੋਵੇਗੀ ਕਿ ਅਸੀਂ ਇਸ ਧੁਨ ਨੂੰ ਮੰਦਰਾਂ 'ਚ ਵੀ ਲੈ ਜਾਈਏ, ਮਸਜਿਦਾਂ 'ਚ ਵੀ ਲੈ ਜਾਈਏ, ਔਰ ਸਾਰਾ ਜਗਤ ਮੁਤਾਸਰ ਹੋਵੇ। ਅਜੇ ਤੇ ਸਿੱਖ ਵੀ ਟੁੱਟਿਆ ਹੋਇਆ ਹੈ, ਔਰ ਇਹ ਤਾਂ ਹੀ ਹੋ ਸਕਦਾ ਹੈ ਕਿ ਅਸੀਂ ਰਾਮਾਨੰਦ, ਪਰਮਾਨੰਦ, ਫਰੀਦ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਗੰਮੀ ਇਹ ਸੰਦੇਸ਼ ਜੋ ਉਹਨਾਂ ਦਾ ਆਪਣਾ ਹੀ ਬੋਲ ਹੈ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਰ ਭੰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਇਹ ਜਿਤਨੇ ਵੱਖ-ਵੱਖ ਵਰਨ ਨੇ, ਭੇਖ ਨੇ, ਧਰਮ ਨੇ, ਇਹ ਮੇਰੀ ਆਪਣੀ ਜੋਤ ਹੈ, ਮੇਰੀ ਜੋਤ ਇਹਨਾਂ ਦੀ ਜੋਤ ਮੇਰੀ ਹੈ। ਅਸੀਂ ਆਤਮਾ ਦੇ ਤਲ ਤੇ ਇੱਕੋ ਹਾਂ। ਸਰੀਰ ਸਭ ਦੇ ਅਲੱਗ-ਅਲੱਗ ਨੇ, ਥੋੜੇ ਜਿਹਾ ਮਨ ਵੀ ਅਲੱਗ-ਅਲੱਗ ਨੇ। ਮਨ ਦਾ ਕਿਸੇ ਨਾਲ ਮੇਲ ਹੋ ਸਕਦਾ ਹੈ, ਵਿਚਾਰ ਕਿਸੇ ਨਾਲ ਮਿਲ ਸਕਦੇ ਨੇ। ਤਨ ਤੇ ਸਾਰਿਆਂ ਦੇ ਅਲੱਗ-ਅਲੱਗ ਨੇ, ਹਰ ਇੱਕ ਦਾ ਅਲੱਗ-ਅਲੱਗ ਹੈ। ਕਿਧਰੇ ਮਨ ਕਿਸੇ ਨਾਲ ਮਿਲ ਸਕਦਾ ਹੈ। ਮਨ ਦੀ ਸਾਂਝ ਪਰਿਵਾਰ ਨਾਲ ਬਣ ਸਕਦੀ ਹੈ, ਕਿਸੇ ਮਿੱਤਰ ਨਾਲ ਬਣ ਸਕਦੀ ਹੈ, ਪੜੋਸੀ ਨਾਲ ਬਣ ਸਕਦੀ ਹੈ, ਕਿਸੇ ਨਾਲ ਵੀ ਬਣ ਸਕਦੀ ਹੈ। ਪਰ ਮਨ ਦਾ ਮੇਲ ਵੀ ਸਾਰਿਆਂ ਨਾਲ ਨਹੀਂ ਆਉਂਦਾ। ਪਰ ਆਤਮਾ ਤੇ ਸਾਰਿਆਂ ਦੀ ਇੱਕੋ ਹੈ। ਇੰਜ ਕਹਿ ਲਓ, ਤਨ ਸਾਰਿਆਂ ਦੇ ਆਪਣੇ ਆਪਣੇ, ਮਨ ਸਾਰਿਆਂ ਦੇ ਆਪਣੇ ਆਪਣੇ,
आत्मा सारियां दी इक्को ही है। और जद कोई आत्मा दे तल ते जीण लग पैंदा है, उहदी पहली पहचान समदृष्ट हो जाता है। ये पहली पहचान है। और इस तरह का संदेश सारी दुनिया नूं दिता जा सके, केंद्र केवल गुरु ग्रंथ साहब जी महाराज ने, इस तरह का होर कोई केंद्र भी नहीं है। सिर्फ अल्लाह दी धुन गूंजदी है गुस्ताखी माफ इस्लामी धर्म ग्रंथां च, सिर्फ राम दी धुनी गूंजदी है सनातनी मत दे ग्रंथां च। केवल इक्को ही महान ज्ञान दे सागर ने गुरु ग्रंथ साहब जी महाराज। गुरु गुरु गुर करम अनमोल, गुरु दी धुनी गूंजदी है, राम दी धुनी गूंजदी है, अल्लाह दा भी आलाप चलदा है। पूजा पाठ दी भी गल है, नमाज दी भी महिमा है। बेनमाजां कुत्तिया ए ना भली रीत, कदी चल ना आया पंजे वक्त मसीद। इतने शब्द मैं इस वास्ते लए ने कि सानू अपना पिछोकड़ वेखना चाहिए और गुरु नानक दा सिद्धांत, ताकि असी गुरु ग्रंथ साहब दा संदेश सारी दुनिया च ले जा सकीए। खैर, धन्यवाद कर दिता है महान कीर्तनियां दा, और ये गाहे बगाहे देश देश प्रदेश विच मिलते रहंदे ने। उद्यम है इन्हां दा, तुहानू हरिजस सरवण कराया। आइए हुण जो चल रही है लड़ीवार कथा, पिछले साल तो आरंभ की सी, तुहाडे कहे मुताबिक अज इस सुणीए दियां पौड़ियां आरंभ हो रही ने। और इस दे च मूल पंक्ति यह है, नानक भगतां सदा विगास। भगतां दे मन दे सदा खेड़ा रहिंदा है, कोई फुल भी सदा खिड़िया नहीं रहिंदा। ये भी महर्स करते हैं। कोई खुशी भी किसी को सदा नहीं आउंदी, हासे भी सदा नहीं आउंदे ने। वक्ती हासा हुंदा है, फिर रोना ही आउंदा है। वक्ती सुख आउंदे ने, फिर दुख ही आउंदा है। वक्ती दिन नूं फुल खिड़ गए ने, रात नूं मुरझा गए ने। सदीवी खेड़ा किधरे भी नहीं है। पर महाराज कहते नानक भगतां सदा विगास। भगतां कोल सदीवी खेड़ा है, या इंज कह लो जिस कोल सदीवी खेड़ा है वही भगत है, दूजा भगत भी नहीं है। इंज कह लो। ऐसा खेड़ा है, सोने दे सिंगासन ते बैठा है, खिड़िया होया है, प्रतत्ती तवी ते बैठा है, खिड़िया होया है। ऊपर चौर हो रही है, खिड़िया होया है। पर कोई जो जला तलवार नाल गर्दन अलग कर रहा है, खिड़िया होया है। जिस तरह गुरु ने अपना स्वरूप पेश किया, नक्शे कदम ते चल के सिख भी उस तरह होए। जैसे कि भाई मनी सिंह दा उदाहरण, पैरां दे बंद कटे, हत्थां दे बंद कटे, गर्दन दी वारी आई ते भाई मनी सिंह कहंदे ने जलाद ऐ सिर्फ 2 पौड़ियां रहिंदियां ने, पढ़ लैण दे जपजी साहब दियां, कट दें गर्दन। पाठ कर रहे सन भाई साहब, पाठ दा रूप होए सन। ये 2 पौड़ियां पढ़ लैण दे। जलाद कहंदा नहीं, इस तरह दी मैनू आग्या नहीं है, मैं तो बिना रुके सारा काम करना है। तलवार चलाई, गर्दन अलग कर देती। कवि संतोख सिंह जी कहंदे ने, रोम रोम दे चों जपजी साहब दे पाठ दी आवाज जा रही सी। पाठ दी समाप्ति होई, भाई साहब जी दे प्राणां दा अंत होया। गुरुमुख रोम रोम हर दयावे। सदीवी खेड़ा है, चाहे कोई सत्कार कर रहा है, खिड़िया होया है, किसी ने तिरस्कार कर दिता है, खिड़िया होया है। नफा हो गया है, खिड़िया होया है, पर नुकसान हो गया है, खिड़िया होया है। मनुख दा खेड़ा किसी हद तक बंधन दे च है, स्वतंत्र नहीं है।
ਨਫਾ ਹੋਵੇਗਾ ਤੇ ਵਕਤੀ ਖਿੜ ਸਕਦਾ ਹੈ, ਨੁਕਸਾਨ ਦੇ ਚ ਨਹੀਂ ਖਿੜ ਸਕਦਾ। ਇੱਜ਼ਤ ਮਿਲੀ ਵਕਤੀ ਤੌਰ ਤੇ ਖਿੜ ਸਕਦਾ ਹੈ, ਬੇਇੱਜ਼ਤੀ ਦੇ ਚ ਨਹੀਂ ਖਿੜ ਸਕਦਾ। ਹਰ ਹਾਲਤ ਦੇ ਜਿਸ ਕੋਲ ਵਿਗਾਸ ਹੀ ਵਿਗਾਸ ਹੈ, ਖੇੜਾ ਹੀ ਖੇੜਾ ਹੈ। ਮਹਾਰਾਜ ਕਹਿੰਦੇ ਨੇ ਉਹੀ ਭਗਤ ਹੈ। ਤੇ ਮੈਂ ਫਿਰ ਦੁਹਰਾ ਦਿਆਂ, ਭਗਤਾਂ ਕੋਲ ਸਦੀਵੀ ਖੇੜਾ ਹੈ, ਜਾਂ ਜੋ ਸਦੀਵੀ ਖਿੜਿਆ ਹੋਇਆ ਉਹੀ ਭਗਤ ਹੈ, ਦੂਸਰਾ ਭਗਤ ਨਹੀਂ ਹੈ। ਨਾਨਕ ਭਗਤਾਂ ਸਦਾ ਵਿਗਾਸ। ਪਰ ਇਹ ਸਦੀਵੀ ਵਿਗਾਸ ਉਹਨਾਂ ਨੂੰ ਪ੍ਰਾਪਤ ਕਿਸ ਤਰ੍ਹਾਂ ਹੁੰਦਾ ਹੈ? ਸੁਣੀਏ ਦੁੱਖ ਪਾਪ ਕਾ ਨਾਸ। ਦੁੱਖ ਤੇ ਪਾਪ ਦੋਹਾਂ ਦਾ ਜ਼ਿਕਰ ਇਕੱਠਾ ਕਿਉਂ ਕੀਤਾ ਹੈ? ਕਿਉਂਕਿ ਦੁੱਖ ਦਾ ਬੀਜ ਹੈ ਪਾਪ। ਮੈਂ ਫਿਰ ਦੁਹਰਾਵਾਂ, ਦੁੱਖ ਦਾ ਬੀਜ ਹੈ ਪਾਪ। ਸਾਰੇ ਦੁੱਖ ਪਾਪ ਤੋਂ ਪੈਦਾ ਹੁੰਦੇ ਨੇ। ਤੇ ਫਿਰ ਇੱਥੇ ਪ੍ਰਸ਼ਨ ਪੈਦਾ ਹੋਵੇਗਾ, ਪਾਪ ਕੀ ਹੈ? ਵਾਸਤਵਿਕ ਪਾਪ ਕੀ ਹੈ? ਹੁਣ ਇਹ ਤੇ ਅਜੇ ਤੱਕ ਵੀ ਮੈਨੂੰ ਪੂਰੀ ਸਮਝ ਨਹੀਂ, ਔਰ ਐਸਾ ਮੇਰਾ ਆਪਣਾ ਅਨੁਭਵ ਹੀ ਹੈ। ਅਗਰ ਇੱਕ ਕਲਾਸ ਦੇ ਵਿੱਚ ਵੀ ਕੋਈ ਵਿਦਿਆਰਥੀ ਬੈਠੇ ਨੇ ਤੇ ਸਾਰੇ ਇੱਕ ਸਟੇਜ ਦੇ ਨਹੀਂ ਆਉਣਗੇ। ਜੇ 5ਵੀਂ ਚ ਬੈਠੇ ਨੇ, 8ਵੀਂ ਚ ਬੈਠੇ ਨੇ, 10ਵੀਂ ਚ ਬੈਠੇ ਨੇ, ਉਹ ਸਾਰੇ ਵਿਦਿਆਰਥੀ ਵੀ ਇੱਕ ਸਟੇਜ ਦੇ ਨਹੀਂ ਆਉਣਗੇ। ਮਾਨਸਿਕ ਸਟੇਜ ਉਹਨਾਂ ਦੀ ਸਾਰਿਆਂ ਦੀ ਅੱਗੇ ਅੱਗੇ ਹੋਵੇਗੀ। ਭਾਵੇਂ ਇੱਕ ਕਲਾਸ ਦੇ ਵਿੱਚ ਬੈਠੇ ਨੇ, ਪਰ ਮਾਨਸਿਕ ਤਲ ਤੇ ਜ਼ਰੂਰ ਅੱਗੇ ਪਿੱਛੇ ਹੋਣਗੇ। ਇੱਕ ਕਲਾਸ ਦੇ ਵਿੱਚ ਭਾਵੇਂ ਇੱਕੋ ਹੀ ਸੰਗਤ ਦੇ ਵਿੱਚ ਬੈਠੇ ਨੇ ਸਾਰੇ, ਸਰੋਤਿਆਂ ਦੀ ਮਾਨਸਿਕ ਸਟੇਜ ਹਰ ਇੱਕ ਦੀ ਅਲੱਗ-ਅਲੱਗ ਹੋਵੇਗੀ, ਹਰ ਇੱਕ ਦੀ ਅਲੱਗ। ਕੋਈ ਅੱਗੇ ਹੋਵੇਗਾ, ਬਹੁਤ ਅੱਗੇ ਹੋਵੇਗਾ, ਕੋਈ ਮੱਧ ਦੇ ਵਿੱਚ ਹੋਵੇਗਾ, ਕੋਈ ਬਿਲਕੁਲ ਪਛੜੇ ਹੋਇਆ ਹੋਵੇਗਾ, ਕੋਈ ਬਿਲਕੁਲ ਪਿੱਛੇ ਹੋਵੇਗਾ। ਪਾਪ ਕੀ ਹੈ? ਵਾਸਤਵਿਕ ਪਾਪ ਕੀ ਹੈ? ਈਸਾ ਜੋ ਈਸਾਈਆਂ ਦਾ ਰਹਿਬਰੀ ਪੁਰਸ਼ ਹੈ, ਸ਼ੌਕ ਨਾਲ ਸ਼ਰਾਬ ਪੀ ਲੈਂਦਾ ਸੀ। ਦੀਨ ਇਸਲਾਮ ਦਾ ਜਨਮਦਾਤਾ ਮੁਹੰਮਦ ਉੱਠਦਾ ਮਾਸ ਵੀ ਸ਼ੌਕ ਨਾਲ ਖਾ ਲੈਂਦੇ ਸਨ, ਗਊ ਦਾ ਤੇ ਖਾਂਦੇ ਹੀ ਸਨ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਹਰੇ ਰਾਮਾ ਹਰੇ ਕ੍ਰਿਸ਼ਨ ਮਿਸ਼ਨ ਜਿਨ੍ਹਾਂ ਦਾ ਅੱਜ ਸਾਰੇ ਯੂਰਪ ਦੇ ਵਿੱਚ ਵੀ ਫੈਲਿਆ, ਇਹਦਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ। ਇਹ ਬਿਨਾਂ ਮਛਲੀ ਤੋਂ ਚਾਵਲ ਖਾਂਦੇ ਹੀ ਨਹੀਂ ਸਨ ਬੰਗਾਲੀ। ਇੱਕੋ ਹੀ ਹੈ ਦ੍ਰੋਪਦੀ ਤੇ ਉਹਦੇ ਪਤੀ ਪੰਜ ਨੇ। ਇਤਿਹਾਸ ਦੇ ਵਿੱਚ ਦੇਵੀ ਬਣੀ ਹੋਈ ਹੈ, ਇਤਿਹਾਸ ਉਸ ਨੂੰ ਦੇਵੀ ਕਹਿੰਦਾ ਹੈ। ਦੇਵੀ ਹੈ, ਪਤੀ ਪੰਜ ਨੇ, ਪੰਚਾਲੀ ਹੈ, ਪਾਂਡਵਾਂ ਦੀ ਪਤਨੀ ਹੈ, ਪੰਚਾਲੀ ਦੇਵੀ ਹੈ। ਕਿਸੇ ਨੇ ਉਸ ਨੂੰ ਪਤਿਤਾ ਨਹੀਂ ਆਖਿਆ, ਕੁਲਛਣੀ ਨਹੀਂ ਆਖਿਆ। ਇਸਲਾਮ ਦੇ ਵਿੱਚ ਇਜਾਜ਼ਤ ਹੈ ਇੱਕ ਪੁਰਸ਼ ਦੀਆਂ 4 ਪਤਨੀਆਂ ਹੋ ਸਕਦੀਆਂ ਨੇ, ਔਰ ਉਸ ਨੂੰ ਕਤਈ ਕੋਈ ਕਾਫਰ ਨਹੀਂ ਕਹਿੰਦਾ ਵੀ 4 ਔਰਤਾਂ ਨੇ ਇਹ ਤੇ ਕਾਫਰ ਹੋਵੇਗਾ। ਨਹੀਂ, ਕੋਈ ਕਾਫਰ ਨਹੀਂ, ਉਹ ਮੁਸਲਮਾਨ ਹੈ, ਉਹ ਦੀਨਦਾਰ ਹੈ। ਫਿਰ ਕਿਸ ਨੂੰ ਪਾਪ ਆਖੋਗੇ? ਪੁੰਨ ਕੀ ਹੈ, ਪਾਪ ਕੀ ਹੈ? ਕਿਸ ਨੂੰ ਪੁੰਨ ਆਖੋਗੇ? ਪਾਪ ਕੀ ਹੈ? ਹਰ ਮਜ਼ਹਬ ਦੇ ਵਿੱਚ, ਹਰ ਧਰਮ ਦੇ ਵਿੱਚ ਆਪਣੀ ਆਪਣੀ ਗੱਲ ਹੈ, ਆਪਣੀ ਆਪਣੀ ਖੇਡ ਹੈ। ਕਿਸੇ ਵਕਤ ਭਾਰਤ ਵਿੱਚ ਸਵੈੰਬਰ ਸਮਾਜਿਕ ਕਿਰਿਆ ਸੀ, ਔਰ ਧਰਮ ਦੀ ਦੁਨੀਆ 'ਚ ਵੀ ਕਾਬਲੇ ਕਬੂਲ ਸੀ। ਸਵੈੰਬਰ ਖੁਦ ਵਰ ਚੁਣਨਾ, ਆਪ ਵਰ ਚੁਣਨਾ। ਬੱਚੀਆਂ ਆਪਣਾ ਵਰ ਖੁਦ ਚੁਣਦੀਆਂ ਸਨ, ਮਾਂ-ਬਾਪ ਨਹੀਂ ਚੁਣਦੇ ਸਨ। ਯੂਰਪ ਤੇ ਅਮਰੀਕਾ ਨੇ ਜਿਸ ਨੂੰ ਅੱਜ ਅਪਣਾਇਆ, ਜਿਸ ਰਸਮ ਨੂੰ, ਇਹ ਭਾਰਤ ਵਿੱਚ ਪਹਿਲੇ ਫੇਲ ਹੋ ਚੁੱਕੀ ਹੈ, ਹਜ਼ਾਰਾਂ ਸਾਲ ਪਹਿਲੇ ਫੇਲ ਹੋ ਚੁੱਕੀ ਹੈ। ਸਵੈੰਬਰ, ਬੱਚੀ ਆਪਣਾ ਵਰ ਖੁਦ ਚੁਣੇ। ਮਾਂ-ਬਾਪ ਕਿਉਂ ਚੁਣਨ? ਜ਼ਿੰਦਗੀ ਕੱਟਣੀ ਹੈ ਬੱਚੀ ਨੇ, ਉਹ ਆਪਣਾ ਵਰ ਖੁਦ ਚੁਣੇ। ਖੁੱਲ੍ਹ ਸੀ, ਆਜ਼ਾਦੀ ਸੀ।
इसनूं स्वयंवर कहते सन। स्वयंवर खुद वर चुनना है, आप वर चुनना है। मां बाप क्यों चुनन, समाज क्यों चुने? बच्ची अपना वर खुद चुनेगी। सहजे सहजे इस खुल दा नतीजा यह होया, फोके जज्बियां दे तहत बच्ची वर चुन लैंदी सी, निभदी नहीं सी। रिश्ते टुटदे सन, बच्चे रुलदे सन। जो दुखांत अज यूरोप ते अमेरिका भोग रहा है, ये पहले भारत भोग चुके हैं। ये भी मैं अर्ज कर चुके हैं। जब भारत सोने की चिड़िया सी तो सारी दुनिया के लोग धन कमाण लई भी हिंदुस्तान ही जाते सन। अफगानी जाते सन, ईरानी जाते सन, अरब जाता सी, डच गए, पुर्तगेज गए, मंगोल गए, फ्रेंच गए, फिर बाद विच अंग्रेज भी व्यापारी बन के व्यापार करने लई गए। सारियां दी निगाह दा केंद्र हिंदुस्तान, सोने दी चिड़िया। दौलत नाल माला माल देश सी उस जमाने सब दा शिखर। दुनिया दा व्यापारी, दुनिया दा राजनैतिक, दुनिया दा कलाकार हिंदुस्तान दी तरफ जांदा सी। यही कारण है कि प्राचीन कला लईए हिंदुस्तान दी ते शिखर ते पहुंची हुई है। संग तराशी, चित्रकला, संगीत दी कला हैरानगी है। सारा दिमाग उत्थे इकट्ठा हो गया सी। सोने दी चिड़िया सी। सहजे सहजे जो व्यापारी बन के गए, राजनैतिक बन के गए, काबज हो गए, देशवासियों को गुलाम कर दिता। ते देशवासियों की धन दे कोई बहुती रुचि भी नहीं रह गई सी। जैसे कहते ना, मच्छी पत्थर नूं चट के मुड़दी है, वो मुड़ पै सन। राजकुमार जोगी बनन लग पै सन। कहते सन नहीं, देख लिया धन धर्म चाहिए, देख लेने पदार्थ परमात्मा चाहिए, देख लिया संसार निरंकार चाहिए। राजियां दे लड़के भी स्मारक ते चलते सन और इस तरीके नाल धर्म दी दुनिया उथे पैदा हुई। संसार देख लिया सी रज के, ते संसार तो बेफिक्र होए तो होया कि गुलाम हो गए। व्यापारी जो गए मालिक बन गए, राजनैतिक जो गए मालिक बन गए। फिर लुटेरियां नूं भी खुल मिल गई, बाबर जैसियां नूं, दुरानी जैसियां नूं। देश गुलाम होया। जब देश संपन्न सी, सोने दी चिड़िया सी, उत्थे उस वक्त ये रस्मां प्रचलित हुई और वाकई सुखियारे समाज दे च सब कुछ हो जाता है। समाज सुखियारा हो गया सी, बहुत संपन्न हो गया सी, अमीर हो गया सी। स्वयंवर, बच्ची अपना वर खुद चुने, मां बाप क्यों चुनन? जिंदगी कटनी है बच्ची ने, मां बाप ने थोड़ी कटनी। उन्होंने कट ली जिस तरह कट ली, अगों बच्ची ने कटनी, अपना वर खुद चुने। सीता भी अपना वर खुद चुनदी सी। रावण दी भैन स्वरूप नखा घर दी इजाजत तो बिना वरमाला पहनांदी है लक्ष्मण नूं। स्वयंवर यह गल वखरी है, लक्ष्मण ने ठुकरा दिता। उन्हें आख्या नहीं, एक ते मैं बनवास कट रहा 14 साल का, भरा दे नाल घरों निकले सन। दूसरा, ता जिंदगी विआह न करन दा मैं प्रण कीता है। तू ये वरमाला मैनू ना पहना। इसका मतलब है इतने वड्डे राजे दी बहन लंकेश, वो अपना वर खुद चुनदी है, भरा नूं दसे बिना, मां बाप नूं दसे बिना, और कोई इल्जाम नहीं। ये इतिहासक स्त्रियां ने हर बच्ची अपना वर खुद चुनदी सी। जैसे असीं कहंदे हां, धन गुरु अमरदास जी दे लंगर दी पंगत विच अकबर भी आके बैठा। हजारां सिंह रोज बैठते सन, हजारां भगत रोज बैठते सन, पर चूंकि अकबर
इतिहासिक मनुख है, इसका जिक्र करना पैंदा है। अकबर तवारीखी इंसान है, इसका जिक्र करना पैंदा है। वरना हजारां लोग रोज आंदे सन तो द्रौपदी का जिक्र, सीता का जिक्र, मदोदरी का जिक्र, स्वरूप नखा का जिक्र, क्योंकि इतिहासिक स्त्रियां ने। स्वयंवर सी ये प्रथा फेल हो गई। बच्ची भावक होंदी है और स्त्री के अंदर भावना उंज भी प्रधान होंदी है, विश्वास भरोसा बहुत प्रधान होता है। भावुकता वस होके भरोसा कर लेंदी सी, वरमाला पहना देंदी सी, अगों रिश्ते निभदे ने सन, टुट जाते सन, बच्चे रुलदे सन। समाज ने फैसला किया ये रस्म बंद, हुण नहीं। जेड़ी बच्ची खुद वर चुनेगी वो कलंकित होवेगी, समाज उसनू दोषी ठहराएगा। तो हिंदुस्तान की प्रथा बन गई वो बच्ची बदचलन है, क्योंकि उसने समाज का कानून तोड़ दिता। पर कल तक तो ऐसी गल नहीं सी। कल तक तो स्वयंवर खुद वर चुनदी है द्रौपदी, वर चुनदी है सीता, वर चुनदी है स्वरूप नखा। उन्होंने ते कोई इल्जाम नहीं। कल तक जो पुण्य सी अज पाप किस तरह हो गया? समाज दी रस्मां ने इनू पाप पुण्य दे च नहीं लेना। यह भी मैं अर्ज करा, कुछ खान पान दे आधार नू पाप पुण्य दे च लिया तो फिर ईसा ते मुहम्मद साहब नू असीं स्वर्ग दे च नहीं मन सकते, खुदा नाल जुड़ियां हुई आत्मावां नहीं मन सकते। यह भी मैं अर्ज करदे हां। अपने अपने ढंग ने, अपने अपने तौर तरीके ने। और मैं तो इशारतन इतना ही कह सकता हाँ, धन गुरु नानक देव जी महाराज कहते ने, बाबा होर खाना खुशी खुआर, केड़ा खाना जित खा दे तन पीड़िए, मन में चले विकार। सनातन मत दे कुछ साधु दुध भी नहीं पींदे, कहते लिक्विड मास है, खून चो बनता है, मास का तत्त है, निचोड़ है, नहीं पींदे। ये भी मैं अर्ज करते हैं। अलवर समागम दे मंदसौर तो 2 साल पहले 2-3 संत आए सनातन मत दे, दुध पीण तो भी इनकारी। कहने लगे नहीं, चाह पीनी है पर कहवा दुध ना पायो। बाद पता चले दुध नूं हथ भी नहीं लाते, कहते मांस है, लिक्विड मांस है, ठोस मांस नहीं है, सॉलिड नहीं है, लिक्विड है, मांस है, असी नहीं पींदे। कहते कुछ मांस ऐसा है खाया जाता है, कुछ मांस ऐसा है पीता जाता है। उन्होंने अपनी व्याख्या, उन्होंने अपने ढंग, उन्होंने अपने तौर तरीके। खैर की पाप है, की पुण्य है, किस तरह लोग है? जिस कर्म तो किसी मनुख नूं चोट पहुंचे और उसका मन दुख नाल पीड़ित हो जाए। किसी की इज्जत नूं चोट पहुंचाई जा सकती है बेइज्जती करके, असमत नूं चोट पहुंचाई जा सकती है, किसी के तन नूं चोट पहुंचाई जा सकती है, किसी की धन संपदा नूं चोट पहुंचाई जा सकती है, किसी की इज्जत मान मर्यादा नूं चोट पहुंचाई जा सकती है। और चोट किसी थां ते भी पहुंचाओ मन ते दुखी होवेगा। किसी की धार्मिक भावनावां नूं चोट पहुंचाई जा सकती है। बस यही पाप है, इस चो दुख पैदा होता है। जब मेरे किसी कर्म नाल अगला रोया है, दुखी होया है, ये दुख पलट के वापस आएगा, लाजमी आएगा। और जिन्ने चिर तक पाप ना मिटन दुख नहीं मिटते। पाप दी छाप ना मिटे, कीते हुए पापां दी छाप ना मिटे, तां भी दुख नहीं मिटते। पाप मिट गए ने, पहचान की होवेगी? वाहिगुरु वाहिगुरु आखदियां कतई कीते पाप चेते ना आवन, मिट गए ने, धुल गए ने, ये पहचान है। बाणी पढ़दियां कीते कर्म चेते आ रहे ने, नहीं धुले, बस ये पहचान है।
ਵਾਹਿਗੁਰੂ ਵਾਹਿਗੁਰੂ ਜਪਦਿਆਂ ਜਿਨ੍ਹਾਂ ਜਿਨ੍ਹਾਂ ਨੂੰ ਚੋਟ ਪਹੁੰਚਾਈ ਹੈ ਯਾਦ ਆਉਂਦੇ ਨੇ, ਨਹੀਂ ਧੁਲੇ, ਅਜੇ ਨਹੀਂ ਮਿਟੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਮੇਰੇ ਪਾਪ ਧੁੱਲ ਗਏ ਨੇ ਕਿ ਨਹੀਂ। ਕੀਤੇ ਪਾਪ ਯਾਦ ਆ ਰਹੇ ਨੇ ਤਾਂ ਅਜੇ ਲਿਖੇ ਪਏ ਨੇ, ਨਹੀਂ ਧੁਲੇ, ਨਹੀਂ ਮਿਟੇ, ਲਿਖੇ ਪਏ ਨੇ ਤਖਤੀ ਤੇ। ਪਰ ਵਾਹਿਗੁਰੂ ਆਖਦੇ ਆ, ਵਾਹਿਗੁਰੂ ਯਾਦ ਆਉਂਦਾ ਹੈ ਤਾਂ ਵਾਹਿਗੁਰੂ ਦੀ ਯਾਦ ਨੇ ਪਾਪ ਧੋ ਦਿੱਤੇ ਨੇ, ਮਿਟਾ ਦਿੱਤੇ ਨੇ, ਮਿਟ ਗਏ ਨੇ। ਹੁਣ ਕੁਝ ਵੀ ਕੀਤਾ ਹੋਇਆ ਯਾਦ ਨਹੀਂ ਆਉਂਦਾ। ਹੁਣ ਸਿਰਫ ਵਾਹਿਗੁਰੂ ਆਖਦੇ ਆ ਤਾਂ ਵਾਹਿਗੁਰੂ ਯਾਦ ਆਉਂਦਾ ਹੈ। ਹੁਣ ਬਾਣੀ ਪੜ੍ਹਦੇ ਆ ਤਾਂ ਪਰਮਾਤਮਾ ਹੀ ਯਾਦ ਆਉਂਦਾ ਹੈ, ਅਕਾਲ ਪੁਰਖ ਹੀ ਯਾਦ ਆਉਂਦਾ ਹੈ। ਮਿਟ ਗਏ ਨੇ, ਧੁੱਲ ਗਏ ਨੇ ਸਾਰੇ। ਇਹ ਪਹਿਚਾਣ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ ਦੇ ਸਦੀਵੀ ਖੇੜਾ ਹੈ, ਸਦੀਵੀ ਵਿਗਾਸ ਹੈ, ਹਰ ਵਕਤ ਦਾ ਖੇੜਾ। ਕਿਉਂ? ਸੁਣੀਏ ਦੁਖ ਪਾਪ ਕਾ ਨਾਸ, ਪਰਮਾਤਮਾ ਦਾ ਨਾਮ ਸੁਣਦਿਆਂ ਹੀ ਪਾਪ ਨਾਸ ਹੋ ਗਏ, ਉਹਦੇ ਨਾਲ ਦੁੱਖ ਨਾਸ ਹੋ ਗਿਆ। ਦੁਖੀ ਮਨੁੱਖ ਖਿੜਿਆ ਹੋਇਆ ਨਹੀਂ ਰਹਿ ਸਕਦਾ, ਪਾਪੀ ਮਨੁੱਖ ਖਿੜਿਆ ਹੋਇਆ ਨਹੀਂ ਰਹਿ ਸਕਦਾ। ਪਾਪੀ ਤੇ ਕੁਰਲਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਿਰਦੇ ਵਿੱਚ ਪਾਪ ਦੀ ਛਾਪ ਹੈ ਤਾਂ ਕੋਈ ਨਾ ਕੋਈ ਦੁੱਖ ਪੈਦਾ ਹੁੰਦੇ ਰਹਿਣਗੇ। ਤੇ ਜਦ ਕੋਈ ਨਾ ਕੋਈ ਦੁੱਖ ਪੈਦਾ ਹੋਣ, ਕਿਸ ਤਰ੍ਹਾਂ ਖਿੜੇਗਾ? ਕਿਵੇਂ ਖਿੜੇਗਾ? ਖੇੜਾ ਕਿੱਥੋਂ? ਅਕਸਰ ਮਨੁੱਖ ਮੁਰਝਾਏ ਹੋਏ ਮਿਲਦੇ ਨੇ, ਕਿਉਂਕਿ ਦੁੱਖ ਦੀਆਂ ਦੋ ਰੂਪਾਂ ਨੇ, ਦੋ ਰੂਪ ਨੇ। ਇਹ ਤਨ ਦੇ ਚ ਰੋਗ ਬਣ ਕੇ ਪ੍ਰਗਟ ਹੁੰਦਾ ਹੈ, ਮਨ ਦੇ ਚ ਸੋਗ ਬਣ ਕੇ ਪ੍ਰਗਟ ਹੁੰਦਾ ਹੈ। ਦੋ ਰੂਪ ਨੇ ਦੁੱਖ ਦੇ। ਔਰ ਮੈਂ ਫਿਰ ਦੁਹਰਾ ਦਿਆਂ, ਕਿਉਂਕਿ ਮੈਂ ਖੁਦ ਵੀ ਇੱਕ ਮਰੀਜ਼ ਬੰਦਾ ਸਰੀਰਕ ਤੌਰ ਤੇ। ਇਹ ਕਿਧਰੇ ਐਸਾ ਨਾ ਸੋਚ ਲੈਣਾ ਕਿ ਮੈਂ ਕਿਸੇ ਨੂੰ ਚੋਟ ਪਹੁੰਚਾਉਣ ਵਾਸਤੇ ਕਹਿ ਰਿਹਾ, ਨਹੀਂ। ਗੁਰਬਾਣੀ ਦੀ ਵਿਚਾਰ ਜੋ ਅਨੁਭਵ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਦੁੱਖ ਮਨ ਦੇ ਚ ਸੋਗ ਬਣ ਕੇ ਪ੍ਰਗਟ ਹੁੰਦਾ ਹੈ, ਤਨ ਦੇ ਚ ਰੋਗ ਬਣ ਕੇ ਪ੍ਰਗਟ ਹੁੰਦਾ ਹੈ। ਤੇ ਹੁਣ ਦੇਖੀਏ ਕਿਸ ਦੇ ਮਨ ਦੇ ਚ ਸੋਗ ਹੈ, ਕਿਸ ਦੇ ਤਨ ਦੇ ਚ ਰੋਗ ਹੈ, ਔਰ ਮਨੁੱਖ ਕਿੰਨੇ ਕੁ ਰੋਗੀ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੋ ਜੋ ਦੀਸੇ ਸੋ ਸੋ ਰੋਗੀ। ਸਾਰੇ ਹੀ ਰੋਗੀ ਨੇ, ਸਭ ਰੋਗੀ ਨੇ। ਹੈਰਾਨਗੀ ਹੁੰਦੀ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਸਾਰੇ ਹੀ ਰੋਗੀ ਨੇ। ਚਲੋ ਤਨ ਦੇ ਤਲ ਤੇ ਰੋਗੀ ਨਾ ਹੋਏ ਤਾਂ ਮਨ ਦੇ ਤਲ ਤੇ ਸੋਗੀ ਹੋਣਗੇ, ਚਿੰਤਾ ਚ ਹੋਣਗੇ, ਤਣਾਅ ਦੇ ਚ ਹੋਣਗੇ, ਬੇਚੈਨ ਹੋਣਗੇ, ਪਰੇਸ਼ਾਨ ਹੋਣਗੇ। ਅਗਰ ਕੋਈ ਕਹਿੰਦਾ ਮੇਰੇ ਤਨ ਦੇ ਚ ਰੋਗ ਵੀ ਨਹੀਂ, ਮੇਰੇ ਮਨ ਦੇ ਚ ਸੋਗ ਵੀ ਨਹੀਂ, ਗੁਸਤਾਖੀ ਮਾਫ, ਝੂਠ ਬੋਲਦਾ ਹੈ, ਬਿਲਕੁਲ ਝੂਠ ਬੋਲਦਾ ਹੈ। ਇਹ ਵੀ ਮੈਂ ਅਰਜ਼ ਕਰਦਾ ਹਾਂ। ਹੋ ਸਕਦਾ ਇਸ ਵਿਚਾਰ ਨਾਲ ਤੁਹਾਡੀ ਸਹਿਮਤੀ ਹੋਵੇ, ਭਾਵੇਂ ਨਾ ਹੋਵੇ, ਤੇ ਗੁਰੂ ਦੀ ਮੋਹਰ ਮੈਂ ਪਹਿਲੇ ਲਾ ਦਿੱਤੀ ਹੈ, ਜੋ ਜੋ ਦੀਸੇ ਸੋ ਸੋ ਰੋਗੀ। ਕਿਉਂਕਿ ਗੁਰੂ ਦੇ ਸਾਰੇ ਨਾਲ ਹੀ ਕਹਿ ਸਕਦੇ ਹਾਂ, ਉਂਝ ਨਹੀਂ। ਸਭ ਰੋਗੀ ਨੇ, ਕੋਈ ਐਸਾ ਮਨ ਨਹੀਂ ਜੋ ਰੋਗੀ ਨਾ ਹੋਵੇ। ਤੇ ਮਨ ਦਾ ਰੋਗ ਕੀ ਹੈ? ਸੋਗ। ਤਨ ਦਾ ਰੋਗ ਕੋਈ ਬਿਮਾਰੀ। ਔਰ ਗੁਰਬਾਣੀ ਨੂੰ ਪੁੱਛੀਏ, ਮਹਾਰਾਜ ਕਿੰਨੇ ਰੋਗੀ ਨੇ? ਔਸਤ ਕਿੰਨੇ ਰੋਗੀ ਨੇ? 100 ਦੇ ਚ ਕਿੰਨੇ ਕੁ ਰੋਗੀ ਨੇ? 10 ਰੋਗੀ ਨੇ, 20 ਰੋਗੀ ਨੇ, 30 ਰੋਗੀ ਨੇ, 40% ਰੋਗੀ ਨੇ। ਮਹਾਰਾਜ ਕਹਿੰਦੇ ਨਹੀਂ, ਜੋ ਜੋ ਦੀਸੇ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਅਗਰ ਕਰੋੜਾਂ ਦੇ ਪਿੱਛੇ ਕੋਈ ਇੱਕ ਅਧ ਮਨੁੱਖ ਤਨ ਕਰਕੇ ਵੀ ਸਵਸਥ ਹੈ ਤੇ ਮਨ ਕਰਕੇ ਵੀ ਆਨੰਦ, ਤੇ ਕੋਈ ਗਿਣਤੀ ਹੈ? ਇਹ ਤੇ ਕੋਈ ਗਿਣਤੀ ਨਹੀਂ, ਇਹ ਤੇ ਕੋਈ ਗਿਣਤੀ ਨਹੀਂ। 1000 ਬੂਟੇ ਮੈਂ ਅੰਬਾਂ ਦੇ ਲਾਵਾਂ ਤੇ ਸਿਰਫ ਇੱਕ ਫਲੀ ਬਹੁਤ ਹੋਵੇ, ਬਾਕੀ ਸਾਰੇ ਸੁੱਕ ਸੜ ਜਾਣ, ਇਹ ਤੇ ਮਾਲੀ ਦੀ ਕਾਮਯਾਬੀ ਨਹੀਂ, ਇਹ ਤੇ ਕੋਈ ਬਾਗ ਦੀ ਮਹਿਮਾ ਨਹੀਂ। 999 ਤੇ ਸੁੱਕ ਗਏ ਨੇ, ਕੁਮਲਾ ਗਏ ਨੇ, ਇੱਕ ਨੂੰ ਫਲ ਲੱਗੇ ਨੇ।
एक फली बहुत होया। तो कहा जा सकता है ये जिहड़ा एक फली बहुत होया ये गैर सुभावक है। इस वास्ते भगतां दे आनंद ते खेड़े नूं देख के प्राचीन जमाने ते हुण भी कह दिता जाता कोई पागल ही लगदे ने, पागल ही लगदे ने। नुकसान हो गया ते खिड़े हुए ने, बेइज्जती हो गई है ते खिड़े हुए ने। अकाली कौर सिंह मैनू चंगी तरह याद, कश्मीर दे श्रीनगर गुरुद्वारे सिंह सभा च कथा करके बाहर आए ने। किसी ने करारियां 3-4 गालां कढ़ियां। उन्हां दे नाल रहण वाले संत फकीर सिंह ने मैनू दसिया काफी लंबे समय तक श्री गुरु सिंह सभा कीर्तन भी करते रहे। जम्मू दे वो कीर्तन भी करते रहे। 3-4 गालां बड़ियां करारियां कढ़ियां, माड़ियां मोटियां ने, क्योंकि कथा च कुछ ऐसे विचार कहे जो उन्हां दे अनुकूल नहीं सन। आपे तो बाहर हो गए, जबत ना कर सके, करारियां 4 गालां कढ़ दित्तियां ते झोली अड के खड़े हो गए ते हसदियां होइयां कहण लगे कोई होर गप्फा गुरमुख प्यारिया, कोई होर गप्फा है तो भी पा दे। तो कहण लगा महापुरखो मैं थानू गालां कढ़ियां ने। ते अकाली कौर सिंह जिन्हां ने गुरु ग्रंथ साहब जी महाराज दा तत्करा लिखिया है, कहण लगे कौर सिंह मर गया जिथे तक दुनिया दीयां गालां पहुंचदियां सन। मैनू गाल कढ़नी सी ते कम से कम 5-7 साल पहले कढ़दा, मेरे तक पहुंचनी सी, हुण नहीं पहुंचदी। हुण तू कढ़ पिया। मैनू गाल ही कढ़नी सी ते 5-7 साल पहले मिलना सी मैनू, हुण नहीं। हुण ते असीं उस दुनिया दे मालिक हां, उत्थे रहिंदे हां जिथे तेरियां गालां पहुंचदियां नहीं ते जिहड़ी चीज मेरे तक पहुंची ही नहीं तो मैं तेनू की जवाब दें। मेरे तक नहीं पहुंची। ऐसे भी लोग ने, निक्की जिहा गल कोई कह देंदा है, अगला कहंदा है मैं गुरुद्वारे ही नहीं आना, कल तो आना ही नहीं। बथेरे लोगों को मैं इस तरह सुन लेना, नहीं जी उत्थे इन्नी गल आख दित्ती गई है। मैं कहा हद हो गई, घर दे च माड़ी मोटी गल हो जाए तू कहना मैं अज घर नहीं जाना, छोड़ देगा घर ते तू चला जाना। भावें पुत्र ने कुछ ऐसी वैसी गल आख दी है, पत्नी ने आख दी है, पति ने आख दी है, मां बाप ने आख दी है, तो इंज ते नहीं कहता अज मैं घर नहीं जाना। तो एक गल जे तेरी समझ च नहीं आई तो आखी गई है, तो हुण तू आखें मैं कल तो गुरुद्वारे ही नहीं जाना, गल स्पष्ट हो गई। गुरुद्वारा तू छोड़ना चाहता सी, बहाना तेनू चाहिदा सी, मिल गया, वो मिल गया तेन। गल इतनी है, हकीकत है। मैं अर्ज करा अगर 1 करोड़ दे पिछे कोई 2-4 मनुख ऐसे ने मन दे तल ते आनंदित ने ते तन दे तल ते स्वस्थ ने, तो ये कोई गिणती नहीं है, बहुत वड्डी गिणती नहीं है। कोटन में नानक को नारायण जय चीत, करोड़ां च कोई एक, करोड़ां च। जन नानक कोटन में किन्हू गुरमुख होए पछाना, कोई करोड़ां च एक अद गुरमुख जिसनों पहचान होई है, समझ होई है, ते जिसदे हिरदे च प्रभु है, जिसदे दुख ते पाप नाश हो गए, जो तन दे तल ते स्वस्थ है ते मन दे तल ते आनंदित है। महाराज कहने रोग सोग दुख जरा मरा हर जने नहीं निकटाने। बड़े बड़े संत में देखे ने, मैं अर्ज करा असाध रोग दे च ग्रसे हुए, सोग चिंता दे च फसे, उन जगत दा समाधान लभदे ने, ये भी मैं अर्ज करते हैं। पर थोड़ी श्रद्धा बिल्कुल अश्रद्धा ना हो जाए, थोड़ा कारण भी दसते हैं। जिस मनुख दा लेखा इसे ही जन्म दे च निबड़ना होवे ना, निबड़दा है। नानक जिनको सतगुरु मिलिया तिनका लेखा निबड़िया।
गल खत्म। साडा अगला जन्म नहीं होवेगा इस तो। ये पंक्ति दियां ये विचारां ने। धर्म राय दर कागज फारे जन नानक लेखा समझा। साडे ओ कागज फाड़ दिते गए ने जिन्हां दे मुताबिक अगला जन्म चलदा सी। गल खत्म। सूक्ष्म शरीर मिट गया, कर्मां दा ढांचा टुट गया। इस तरह दे मनुख भी महान रोगी देखे गए ने। संत बाबा अतर सिंह दी सज्जी लत गल गई सी, सज्जा पैर। भरी संगत विच बिठंड विच सप ने डंग मारिया सी। संगत दे विच सप आया, डंग मार के नसिया, फिर संगतां नूं भी दिखाई दिता है, बाबा जी नूं भी दिखाई दिता। दो बंदे लाठियां लेके भजे, रोकया संत ने। बाबा अतर सिंह कहने लगे एक कर्जा ते निबड़ गया, हुण मार के फिर मेरे ते कर्जा चाड़ना है। एक कर्जा निबड़ गया साडा, गल खत्म। और यही ते कर्जा रहिंदा सी साडा, निबड़ गया। हुण ये अकाल पुरख दी खेड, अकाल पुरख जाने। इलाज भी बड़ा होया, लत ठीक नहीं हुई सी। और बाबा अतर सिंह कहंदे रहे नहीं, इनू भोग लैण दो, ये चलेगा। 3 साल होए ने। स्वामी कृष्णानंद गुजरे ने, महर्षि रमन गुजरे ने, जिन्हां दी बड़ी प्रतिष्ठा ते बड़ी गल ते हिंदू जगत कहंदा सी, ब्रह्म ज्ञानी ने। कंठ दा कैंसर सी, गले दे च कैंसर सी। हरे रामा हरे कृष्णा जिन्हां दा पंथ सारी दुनिया चलिया इस वक्त, बड़े मस्त हो के कई गीत गांदे ने। 3 साल कंठ दा कैंसर सी, गले दे च कैंसर सी। गला सुज गया सी, जख्म बाहर भी झड़न लग पे सन। हैरानगी हो जाती है। इस तरह के कुछ होर भी मैं रसक पुरुष देखे ने, जुड़ियां हुई आत्मावां देखियां ने। एक ही है। इसनूं मैं इस तरह उदाहरण देना होना, पता नहीं थोड़ी तसल्ली होगी कि नहीं। एक एकड़ दा सरोवर है, उस दे च पानी है और वो 5 फुट गहरा है, और 1 एकड़ जमीन है। इंज कह लो 5000 गज हिंदुस्तानी नाप तोल दे मुताबिक 5000 वर्ग गज जमीन है। सरोवर है इतना बड़ा, और सरोवर दी गहराई है 5 फुट। हुण 5000 गज दे विच जो सरोवर है, इनू हुण 500 गज दे च करना है। ये सारा पानी 500 गज दे च लेना है। 500 वर्ग गज, पहले 5000 सी, हुण 500, तो गहराई ते वध जाएगी। हुण उस हिसाब नाल तुसी खुद अंदाजा लगाओ वो कितना डूंगा हो जाएगा पानी। उत्थे डूंघियाई ते वध जाएगी। ਜਿਹੜੇ दुख कई जन्मां 'ਚ भोगने ਹੁੰਦੇ ਨੇ, 100 साल 2 साल ਦੇ 'ਚ ਭੋਗਣੇ ਨੇ, ਇਸੇ ਹੀ ਜਨਮ ਦੇ 'ਚ ਭੋਗਣੇ ਨੇ। दुख बड़े गहरे हो जाते ने, अगे नहीं, इसे ही जन्म 'ਚ भोगणे ने। हुणे ही गल निबड़े, दुख बहुत गहरे हो जाते हैं, उन्हां दी गहराई वध जाती है। कुछ पुरुष ऐसे जो आत्म रस दे च लीन ने ते फिर भी शरीरक तल ते रोगी, मानसिक तल ते सोगी नहीं होणगे। मानसिक तल ते आनंदित, मानसिक तल ते खिड़े, शरीरक तल ते रोगी। मैं इन्हां अखां नाल बड़े बड़े ब्रह्म ज्ञानी भी देखे ने, शरीरक तल ते रोगी। तो ऐसा अनुभव दे आया, ऐसे जन्म में खेड निबड़ रही है, गल खत्म हो रही है। भोगे बिन भागे नहीं, कर्म बिना भोगे नाश नहीं होता, मिटदा ही नहीं। पूर्व लो कृत कर्म न मिटेरी घर गैन,
ਜ਼ਮੀਨ ਦੇ ਉੱਤੇ ਬੋਇਆ ਹੋਇਆ ਬੀਜ ਮੇਰਾ ਕੋਈ ਹੋਰ ਵੀ ਖਾ ਸਕਦਾ ਹੈ, ਪਰ ਮੈਂ ਜੀਵਨ ਦੇ ਵਿੱਚ ਜੋ ਬੋਇਆ ਉਹ ਤੇ ਮੈਨੂੰ ਹੀ ਖਾਣਾ ਪਏਗਾ। ਆਪ ਬੀਜ ਆਪੇ ਹੀ ਖਾਏ, ਉਹ ਦੂਸਰਾ ਨਹੀਂ ਖਾਂਦਾ, ਉਹ ਤੇ ਉਸ ਨੂੰ ਹੀ ਖਾਣਾ ਪਏਗਾ ਜਿਸ ਨੇ ਜੀਵਨ ਦੇ ਵਿੱਚ ਬੀਜਿਆ। ਕਰਮ ਦਾ ਬੀਜ ਤੇ ਜੀਵਨ ਦੇ ਵਿੱਚ ਵੀ ਬੋਵਾਂਗੇ ਨਾ, ਮੈਂ ਹੀ ਮਨ ਨਾਲ ਜੋ ਕਰਮ ਕਰਾਂਗਾ ਤਾਂ ਉਸਦੇ ਸੰਸਕਾਰ ਤੇ ਮੇਰੇ 'ਚ ਹੀ ਬਣਨਗੇ, तो उसका दुख दूसरा किस तरह भोगेगा, तीसरा किस तरह भोगे। वो दुख ते मैं ही भोगांगा, मेरे नाल कोई सहानुभूति कर सकता है, हमदर्दी कर सकता है। हमदर्द तो मुराद दूजे दा दर्द मैं महसूस करदा, हमदर्दी। इनू हिंदी संस्कृति च कहंदे ने सहानुभूति। दूजे दा दुख मैं महसूस करदा, हमदर्दी। लेकिन दूजे दा दर्द महसूस करन नाल दूजे दा दर्द मिटते नहीं जाता, दूजे दा दुख खत्म ते नहीं हो जाता। हमदर्दी जताण नाल कोई दर्द अगले दा मिटते नहीं जाता, खत्म ते नहीं हो जाता। वक्ती तौर ते थोड़ी जिहां तसल्ली आउंदी है, जिन्हों परचावनी कहते हैं, बस एवं अगले दा मन परचावना है। परचावनी का इन्ना ही मतलब है, अगले दा मन परचा दईए थोड़ा, और परचावनी का की मतलब, थोड़ा परचा दईए, थोड़ी तसल्ली करा दईए, थोड़ा इस दे ख्याल नूं बदलीए, हमदर्दी जता के दुख ते भोगना पेगा। धन गुरु नानक देव जी महाराज की बाणी कहती है, जिथे तक संसार ते निगाह मारीए खेड़ा नहीं है, सदीवी खेड़ा नहीं है। हां सदीवी रोग है, सदीवी खुशी नहीं है, हां सदीवी दुख है। जो जो दीसे सो सो रोगी, रोग रहत मेरा सतगुरु जोगी। फिर पातशाह इथे तक कह देंदे ने, दुख की पंडा खुलियां सुख ना निकसियो कोय। हर बंदा दुखां दी पंड है और कुछ भी नहीं है। जरा खोल के देखो, सिवाय दुखां तो होर कुछ भी नहीं निकलता। या मनुख अपने रोग की गल करेगा या अपने सोग की चिंता की। जरा खोल के देखो। तो मैं अक्सर अर्ज करदा हुंदा, दूजे नूं खोलना की है, दूजे नूं किस तरह खोलीए। बस अपना एक रोग बयान करो, अगले दे 10 रोगां की गल सुननी पेगी। अपनी एक चिंता किसी दे अगों रखो, अगले दियां हजारां चिंतावां की गल सुननी पेगी। सियाणे मनुख अपनी चिंता कतई किसी दे अगों नहीं रखते और अपने रोग की व्याख्या भी किसी दे अगों नहीं करते। ये भी मैं अर्ज करते हैं। एक आलम ऐसा कहता है, मेरे चेहरे से गम आशिकारा नहीं है। कहता मैं जीवन भर अपने मत्थे ते दुख नूं प्रगट ही नहीं होने दिता, प्रगट ही नहीं होने दिता। मेरे चेहरे से गम आशिकारा नहीं है, पर ये न समझ के ये गम का मारा नहीं है। डूबने को तो डूबे हम भी, लेकिन अहले साहिल को हमने पुकारा नहीं है। कहता डुबया मैं भी हां, गोते मैं भी खादे ने, पर मैं ये नहीं आखे ले मैं डुब गया जी, मैं मर गया जी, मैं डुब गया जी। ये रोला मैं नहीं पाया। ये फकीर तबीयत इंसान इंज कहता, कोई जरा रोला पांदा जी, मैं डुब गया जी, मैं मर गया जी। कोई शांत रह जाता है, चुप रह जाता है। दुख दियां ये दो धारावां ने, तन दे च रोग बन के प्रगट होंदा है, मन दे च सोग बन के प्रगट होंदा है। और जो वास्तविक भगत है ते कर्मां दा निबेड़ा जिसदा हो गया है, महाराज कहते रोग सोग दुख जरा मरा हर जने नहीं निकटानी। हरी दे जन दे नेड़े तन दे च रोग नहीं आउंदा, मन दे च सोग नहीं आउंदा। तन करके स्वस्थ होंदा है, मन करके आनंदित होंदा है, खिड़े आउंदा है। नानक भगतां सदा विगास, सदी भी खेड़ा होंदा उन्हां कोल।
ਇਹ ਨਹੀਂ ਕਿ ਫੁੱਲਾਂ ਦੀ ਤਰ੍ਹਾਂ ਖਿੜੇ ਰਾਤ ਨੂੰ ਮੁਰਝਾ ਗਏ, ਜਾਂ ਮੌਸਮ ਦੇ ਮੁਤਾਬਕ ਖਿੜੇ ਫਿਰ ਟੁੱਟ ਗਏ, ਮੁਰਝਾ ਗਏ। ਹਾਸੇ ਰੋਣਿਆਂ 'ਚ ਬਦਲਦੇ ਤੁਸੀਂ ਦੇਖਦੇ ਹੋ। ਜਵਾਨੀ ਬੁਢਾਪੇ ਦੇ 'ਚ ਢਲ ਰਹੀ ਹੈ, ਖੁਸ਼ੀਆਂ ਗਮ ਦੇ 'ਚ ਬਦਲ ਜਾਂਦੀਆਂ ਨੇ, ਹਾਸੇ ਰੋਣੇ ਦੇ 'ਚ ਬਦਲ ਜਾਂਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ ਦੇ ਸਦੀਵੀ ਵਿਗਾਸ ਹੈ। ਕਿਸ ਤਰ੍ਹਾਂ? ਕਿਉਂ? ਸੁਣੀਏ ਦੁੱਖ ਪਾਪ ਕਾ ਨਾਸ, ਪਰਮਾਤਮਾ ਦਾ ਨਾਮ ਕੀ ਸੁਣਿਆ, ਪਾਪ ਨਾਸ ਹੋ ਗਏ। ਤੇ ਪਾਪਾਂ ਤੋਂ ਹੀ ਦੁੱਖ ਪੈਦਾ ਹੁੰਦੇ ਸਨ, ਦੁੱਖ ਨਾਸ ਹੋ ਗਏ। ਤੇ ਪਾਪ ਕੀ? ਮੇਰੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੈ, ਬਸ ਇਹੀ ਪਾਪ ਹੈ। ਆਪਣੇ ਹਿਸਾਬ ਨਾਲ ਕੋਈ ਮਨੁੱਖ ਆਪਣੇ ਹਿਸਾਬ ਨਾਲ ਗਿਣੇਗਾ तो फिर एक भी मुसलमान पुनीत नहीं, कोई फकीर नहीं है। ते जे मुसलमान अपने ढंग नाल देखे तो फिर कोई मोमन नहीं है, सारे ही काफिर ने। अपना दृष्टिकोण नहीं, प्रभु का दृष्टिकोण, ईश्वरी विधान का दृष्टिकोण उस सामने रखना पेगा। बाकी सारे समाजिक नियम ने। मेरे जिस कर्म तो किसी नूं भी चोट पहुंची है, किसी दे धन नूं चोट पहुंची है, किसी दे मन नूं चोट पहुंची है, किसी दी इज्जत आबरू नूं चोट पहुंची है, किसी दी आर्थिक ढांचे नूं चोट पहुंची है, या किसी दे शरीर नूं चोट पहुंची है, ये चोट पलट के वापस आउंदी है। दुख दिता होया पलट के वापस आ जाता है। इतनी मैं अर्ज करते हैं। भाई साहब, भाई गुरदास जी की पंक्ति भी थोड़े सामने रखते हैं। दिता लईए अपना, अण दिते किछ हथ ना आवे। जो जगत नूं दिता सी पलट के वापस आ गया और कई गुणा वापस आया। दिता होया दुख कई गुणा पलट के वापस आंदा है। दिता होया सुख कई गुणा पलट के वापस आंदा है। रब दा नियम, जो मैं धरती नूं बीज नहीं दे सकदा, मैं धरती कोल फल दी मंग भी नहीं कर सकदा। और जैसा मैं बीज धरती नूं देना है, उस तो विपरीत, उस तो उल्ट कोई दूजे फल दी भी मैं मंग नहीं कर सकदा। वही फल मैनूं मिलेगा जो मैं बीज बोया है। आप बीज आपे ही खाए। उन्हां दे पाप नाश हो जांदे ने, इस करके दुख नाश हो जाते हैं। क्यों? परमात्मा का नाम सुनन करके। ते तुसी आखोगे बड़ा कीर्तन सुनिया सी ते बड़ी कथा सुनी है, बड़ा पाठ सुनिया, दुख ते मौजूद है। तन दे च रोग बन के मौजूद है, मन दे सोग बन के मौजूद है। बड़ा कीर्तन सुनिया और सुन रहे हैं, बड़ी कथा सुनी है, सुन रहे हैं। कथा सुनत मन हरिया होवे, मन बाग बाग हो जाता है, ऐसा नहीं दिखाई देता। कीर्तन सारी मैल धो देंदा है, ऐसा नहीं दिखाई देता। बहुत सुने हैं, बहुत सुने हैं। तो इत्थे दो तरह की तरक खड़ी हो सकती है। या तो सुनिया ही नहीं, क्योंकि रोग जो मौजूद है, सोग जो मौजूद है, या फिर नास्तिकां दा दूजा तर्क, नाम दे सुनन नाल कोई दुख नहीं मिटदे, कोई सोग नहीं मिटदा, रहिंदा है। इन्हां दोहां दे च ते एक गल मननी पैगी। गुरुद्वारे आने वाला आस्तिक है तो कबूल करना पेगा, नहीं सुनिया। दुख मौजूद है, नहीं सुनिया परमात्मा का नाम। सोग मौजूद है, नहीं सुनिया परमात्मा का नाम। सुनन की कितनी महिमा है और वास्तविक वो स्रोत की है। भगत ते कबीर दा एक बड़ा कीमती श्लोक, कबीर सतगुर सूर में बाया बान जो एक बचन सतगुर सूर में दा आया। बचन दे पिछे ताकत चाहिए है। किसी आध्यात्मक
पुरुष दा बोल होवे, क्योंकि आउंदा ही परमात्मा तो है। जैसे में आवे खसम की बाणी, उस बोल दे च जान होंदी है और वो बोल अमर होंदा है, उस बोल दी शक्ति होंदी है। वो बोल कदी पुराना नहीं आउंदा, बाकी सारे बोल पुराने हो जाते। किसी महान कवि की कविता भी 3 दफा तो ज्यादा नहीं सुन सकांगे, पर जिन्हां ने कदी गुरबाणी नूं गहराई नाल पढ़िया है, रोज रोज पढ़दियां नवां रस ते गुरबाणी नित नवीं, साहिब मेरा नीत नवां सदा सदा दातार। बोल जो पुराने नामन वो नवें दातार दे जो सदा नवीन है, उसदे बोल ने। कबीर सतगुर सूर में बाया बान जो एक, लागत ही भोए गिर परया परया करे जे छेक। ये मैं सुनिया कि बाणी दा बाण लगन दा की मैं सुनना सुनिया, सुनदे ही लागत ही भोए गिर परया, जमीन ते आ गया, मैं ते सारियां दे चरनां दी खाक बन गया। शब्द दा तीर की लग्या, हुण मैं हर एक दे कदमां दी खाक हो गया। परा करेजे छेक, करेजे च छेक किस चीज दा? बिरहे दा, बैराग दा। कि मैं सुनिया कि बिरहा पैदा हो गया, बैराग पैदा हो गया। कि मैं सुनिया कि मैं ते सारियां दे चरनां दी खाक हो गया। जिस ढंग नाल सिख अपना स्वरूप पेश करता है और आम मंदिर मस्जिदां दे जाण वाले धार्मिक बड़ा शुद्ध हंकार आउंदा है इन्हां कोल, ये भी मैं अर्ज करदे हां। कहंदे ने एक पापी कोल, एक गुनाहगार कोल हंकार करन वास्ते कुछ भी नहीं आउंदा, एक चोर कोल हंकार करन वास्ते कुछ भी नहीं आउंदा। समाज दे किस तरह आ सकदा है कि मैं माड़ा मोटा चोर नहीं वड्डा चोर हां, किस तरह अपने हंकार नूं प्रगट करेगा? समाज दे चोर है, यार है, दुराचारी है, ठग है, ओदा हंकार टिक नहीं सकदा। चोरी दा की हंकार, ठगी दा की हंकार। पर मनुख दान दा ते हंकार कर सकदा है, ज्ञान दा ते हंकार कर सकदा है, कीते हुए नितनेम दा हंकार कर सकदा है, कीर्तन करन दा हंकार कर सकदा है, कीर्तन सुनन दा हंकार कर सकदा है। इस वास्ते कुछ तार्किक लोग कहंदे ने शुद्ध हंकार नाल भरे हुए चेहरे मंदिर मस्जिदां जो है निकलते हुए दिखाई दे रहे हैं। इकबाल ने इत्थों ही तनस कर दी सी, बड़ा शुद्ध हंकार देखण नूं मिलदा है, धर्म दा हंकार, ज्ञान दा हंकार। असी गुरबाणी सुन के आया, नमाज पढ़ के आया, इसदा हंकार। हद हो गई। उसने ही सुनिया कीर्तन जो सारियां दे चरनां दी खाक हो गया। भाई साहब भाई वीर सिंह कहंदे ने मेरे छुपे रहण दी चा, हुण ते मैं बिल्कुल छुप जाना चाहता, मिट जाना चाहता। ऐसे पैरां दे थल्ले हो जावां किसी दी निगाह भी मेरे ते ना पै, मेरे छुपे रहण दी चा। ते छुप ते हो ही सकदा जो कदमां ते थल्ले हो जाए। कबीर सतगुर सूर में बाया बान जो एक, लागत ही भोए गिर परया परया करे जे छेक। अगर सुन लिया तो महाराज कहंदे सुनदियां ये मनुख मामूली नहीं होवेगा, निरा इसदे दुख ते पाप ही नाश नहीं होणगे, ये सिद्ध पुरुष हो जाएगा, इहदे कोल वाग सते आ जाएगी। जिसने परमात्मा दा बोल सुन लिया वो बोल हुण उस मनुख दे बोलां दे विच मिश्रित हो जाएगा और उसका बोल वाक सत्या नूं जन्म देवेगा। जिन्हें परमात्मा दा बोल सुन लिया कन्नां दे राहीं, परमात्मा दा बोल उहदी ज़बान ते बैठ जाएगा। प्रभ जी बसे साध की रसना, उहदी ज़बान ते परमात्मा दा बोल बैठ जाएगा। ते जिहदी ज़बान ते परमात्मा दा बोल है, बोल व्यर्थ नहीं जाएगा, सिद्ध हो जाएगा। सुनिए सिद्ध, परमात्मा दा नाम सुन के सिद्ध बन जाएगा, उहदे कोल वाक सत्या आ जाएगी। कहंदे ने सिद्ध पुरुष कोल की आउंदा है, उहदे हत्थां 'च बरकत आउंदी है, उहदे कदमां दे 'च क्रांति आउंदी है,
ਉਹਦੇ ਬੋਲਾਂ ਦੇ ਸਤੇ ਆਉਂਦੀ ਹੈ। ਇਹ ਸਿੱਧ ਪੁਰਸ਼ ਦੇ ਲੱਛਣ ਨੇ। ਸੁਣੀਏ ਸਿੱਧ ਪੀਰ ਸੁਰਨਾਥ, ਜੋ ਪ੍ਰਭੂ ਦਾ ਨਾਮ ਸੁਣ ਲੈਂਦੇ ਨੇ ਸਿੱਧ ਬਣ ਜਾਂਦੇ ਨੇ, ਪੀਰ ਬਣ ਜਾਂਦੇ ਨੇ, ਨਾਥ ਬਣ ਜਾਂਦੇ ਨੇ, ਦੇਵਤੇ ਬਣ ਜਾਂਦੇ ਨੇ, ਬੜੇ ਪਾਵਨ ਪਵਿੱਤਰ ਹੋ ਜਾਂਦੇ ਨੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪੀਰਾਂ ਫਕੀਰਾਂ ਵਰਗੀ ਪਦਵੀ ਪ੍ਰਾਪਤ ਕਰ ਲੈਂਦੇ ਨੇ। ਨਾਥ ਇਹ ਸ਼ਬਦ ਚੱਲਿਆ ਇੱਥੋਂ ਹੈ, ਜਿਸ ਦੀ ਨੱਕ ਦੇ ਚ ਨੱਥ ਹੋਵੇ ਤੇ ਕਹਿੰਦੇ ਨੇ ਨੱਥਿਆ ਹੋਇਆ ਹੈ। ਜੋ ਸਾਰੇ ਆਪਣੇ ਇੰਦਰੀਆਂ ਨੂੰ ਕਾਬੂ ਪਾ ਲਵੇ, ਨੱਥ ਲਵੇ, ਉਹਦੇ ਹੱਥ ਪੈਰ ਗਲਤ ਪਾਸੇ ਨਹੀਂ ਜਾਂਦੇ, ਉਹਦੀਆਂ ਅੱਖਾਂ ਗਲਤ ਪਾਸੇ ਨਹੀਂ ਜਾਂਦੀਆਂ, ਰਸਨਾ ਕੰਨ ਨਾਸਕਾ ਤਵਚਾ ਸਭ ਨੂੰ ਉਸਨੇ ਨੱਥ ਪਾ ਦਿੱਤੀ ਹੈ। ਉਹਨੂੰ ਕਹਿੰਦੇ ਨਾਥ। ਇਸਨੇ ਆਪਣੇ तमाम ਗਿਆਨ ਇੰਦਰੀਆਂ ਨੂੰ ਨੱਥ ਲਿਆ, ਕਾਬੂ ਕਰ ਲਿਆ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ 10 ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟਣਾ। ਇਹ 10 ਬੈਰਾਗਣਾ ਇੰਦਰੇ ਮੈਂ ਕਾਬੂ ਕਰ ਲਏ ਨੇ, ਪੰਜਾਂ ਦਾ ਤੇ ਨਾਮੋ ਨਿਸ਼ਾਨੀ ਕਦੋਂ ਦਾ ਮਿਟ ਗਿਆ। ਉਹਨਾਂ ਦਾ ਤੇ ਮੈਂ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਅੱਜ ਕ੍ਰੋਧ ਨੂੰ ਲਵੋਗੇ ਹੈ ਹੀ ਕੋਈ ਨਹੀਂ, ਮੋਹ ਨੂੰ ਲਵੋਗੇ ਹੈ ਹੀ ਕੋਈ ਨਹੀਂ। ਮੋਹ ਤੇ ਕਦੋਂ ਦਾ ਪ੍ਰੇਮ ਬਣ ਗਿਆ, ਕ੍ਰੋਧ ਤੇ ਕਦੋਂ ਦਾ ਦਇਆ ਬਣ ਗਿਆ, ਹੰਕਾਰ ਤੇ ਕਦੋਂ ਦਾ ਨਿਰਵਾਣਤਾ ਦਾ ਰੂਪ ਧਾਰਨ ਕਰ ਗਿਆ, ਔਰ ਕਾਮ ਤੇ ਕਦੋਂ ਦਾ ਲੱਜਾ ਬਣ ਗਿਆ, ਸ਼ਰਮੋ ਹਯਾ ਬਣ ਗਿਆ। ਜਿਤਨੀ ਸਮਝ ਵੱਧਦੀ ਹੈ ਉਤਨੀ ਲੱਜਾ ਵੱਧਦੀ ਹੈ, ਸ਼ਰਮ ਵੱਧਦੀ ਹੈ, ਔਰ ਜਿਤਨਾ ਸਮਝ ਮਨੁੱਖ ਹੋਵੇਗਾ ਉਤਨਾ ਬੇਸ਼ਰਮ ਹੋਵੇਗਾ। ਗੁਸਤਾਖੀ ਮਾਫ। ਸੂਝ ਬੂਝ ਵੱਧ ਗਈ, ਸ਼ਰਮ ਵੱਧ ਜਾਏਗੀ। ਸਮਝ ਦੇ ਨਾਲ ਸ਼ਰਮ ਵੱਧ ਜਾਏਗੀ। ਬਾਬਾ ਅਤਰ ਸਿੰਘ ਉਹਨਾਂ ਤੇ ਇੱਕ ਪ੍ਰਸ਼ਨ ਸੀ, ਔਰ ਇਹ ਪ੍ਰਸ਼ਨ ਅਕਾਲੀ ਕੌਰ ਸਿੰਘ ਤੇ ਵੀ ਸੀ। ਦੋਹਾਂ ਦੀ ਜੀਵਨ ਕਥਾ ਦੇ ਵਿੱਚ ਮੈਂ ਪੜ੍ਹਿਆ। ਪਹਿਲਗਾਮ ਦੇ ਵਿੱਚ ਮਾਤਾ ਭਾਗ ਕੌਰ ਨੇ ਪ੍ਰਸ਼ਨ ਕਰ ਦਿੱਤਾ ਸੀ ਅਕਾਲੀ ਕੌਰ ਸਿੰਘ ਤੇ। ਕਸ਼ਮੀਰ ਦੇ ਇਲਾਕੇ ਦੇ ਜਿਹੜੇ ਸੱਜਣ ਨੇ ਉਹ ਮਾਤਾ ਭਾਗ ਕੌਰ ਨੂੰ ਜਾਣਦੇ ਹੋਣਗੇ। ਦਸਤਾਰ ਸਜਾਉਂਦੇ ਸਨ, ਮਰਦਾਂ ਦੀ ਤਰ੍ਹਾਂ ਬੋਲਦੇ ਸਨ। ਅਕਾਲੀ ਕੌਰ ਸਿੰਘ ਦੀ ਅਕਸਰ ਸੇਵਾ ਕਰਦੇ ਸਨ। ਵੈਸੇ ਉਹਨਾਂ ਦਾ ਆਪਣਾ ਹੋਟਲਾਂ ਦਾ ਧੰਦਾ ਸੀ ਕਸ਼ਮੀਰ ਦੇ ਵਿੱਚ। ਇੱਕ ਸੰਪੰਨ ਘਰਾਣੇ ਦੀ ਇਹ ਇਸਤਰੀ ਸੀ, ਔਰ ਨਾਮ ਰੰਗ ਨਾਲ ਰੰਗੀ ਹੋਈ ਸੀ। ਅਕਾਲੀ ਕੌਰ ਸਿੰਘ ਤੇ ਪ੍ਰਸ਼ਨ, ਤੁਸੀਂ ਇਤਨੀ ਸੰਕੋਚਵੀਂ ਤਬੀਅਤ ਦੇ ਕਿਉਂ ਹੋ, ਇਤਨੇ ਸ਼ਰਮੀਲੇ ਕਿਉਂ ਹੋ, ਇਤਨਾ ਸੰਕੋਚ, ਇਤਨੀ ਸ਼ਰਮ। ਉਸ ਵਕਤ ਅਕਾਲੀ ਜੀ ਨੇ ਤੇ ਇਤਨਾ ਹੀ ਜਵਾਬ ਦਿੱਤਾ ਸੀ, ਕਹਿੰਦੇ ਮੈਂ ਹਾਂ ਤੇ ਕੁਛ ਨਹੀਂ, ਸਾਰਾ ਕਸ਼ਮੀਰ ਮੇਰਾ ਸਨਮਾਨ ਕਰਦਾ ਹੈ, ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ, ਮੈਂ ਕੀ ਕਰਾਂ। ਬਿਰਤੀ ਸੰਕੋਚਮਈ ਹੋ ਜਾਂਦੀ ਹੈ। ਲੋਕੀ ਸਨਮਾਨ ਦਿੰਦੇ ਨੇ, ਇਤਨੀ ਮੇਰੀ ਪਾਤਰਤਾ ਨਹੀਂ ਹੈ। ਦੂਸਰਾ, ਇਸ ਸਨਮਾਨ ਤੋਂ ਛੁਪੇ ਰਹਿਣ ਦੀ ਚਾਹ ਹੈ, ਇਸ ਵਾਸਤੇ ਸੰਕੋਚਮਈ ਬਿਰਤੀ ਹੈ। ਸਮਝ ਵੱਧਦੀ ਹੈ, ਸੰਕੋਚ ਵੱਧਦਾ ਹੈ। ਸਮਝ ਵੱਧਦੀ ਹੈ, ਸ਼ਰਮ ਵੱਧਦੀ ਹੈ। ਬੇਸਮਝੀ ਹੈ, ਬੇਸ਼ਰਮੀ ਹੈ। ਭੁੱਲ ਕੇ ਵੀ ਇਸ ਚੱਕਰ 'ਚ ਨਾ ਪੈ ਜਾਣਾ ਕਿ ਜਿੱਥੇ ਸ਼ਰਮ ਹਯਾ ਕੋਈ ਨਹੀਂ ਉਹ ਸਮਝਦਾਰ ਹੋਵੇਗਾ। ਬਿਲਕੁਲ ਨਹੀਂ, ਬੇਸਮਝ ਹੋਵੇਗਾ, ਕੋਈ ਸਮਝ ਨਹੀਂ ਹੈ। ਆਮ ਲੋਕਾਂ ਦਾ ਐਸਾ ਖਿਆਲ ਹੈ ਕੀ ਹੋਇਆ, ਬੇਸ਼ਰਮੀ ਹੈ, ਸਮਝਦਾਰ ਤੇ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਮਝਦਾਰ ਹੋਵੇ ਤੇ ਬੇਸ਼ਰਮ ਹੋਵੇ? ਹੋ ਹੀ ਨਹੀਂ ਸਕਦਾ। ਸ਼ਰਮ ਹਯਾ ਸਮਝ ਤੋਂ ਪੈਦਾ ਹੁੰਦੀ ਹੈ, ਬੇਸਮਝੀ ਤੋਂ ਬੇਸ਼ਰਮੀ ਉਸ ਦਾ ਜੋ ਹੈ ਜਨਮ ਹੁੰਦਾ ਹੈ। ਜਿਤਨੀ ਸਮਝ ਵੱਧਦੀ ਹੈ, ਸੰਕੋਚਮਈ ਬਿਰਤੀਆਂ ਜੋ ਹੈ ਅੰਦਰ ਜਨਮ ਲੈਂਦੀਆਂ ਨੇ। ਸ਼ਰਮੀਲਾਪਨ ਵੀ ਉਸ ਦੇ ਅੰਦਰ ਆ ਸਕਦਾ ਹੈ। ਸਾਹਿਬ ਕਹਿੰਦੇ ਨੇ, ਅਗਰ ਉਸਨੇ ਨਾਮ ਸੁਣਿਆ ਤਾਂ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ, ਆਪਣੇ ਇੰਦਰੀਆਂ ਨੂੰ ਕਾਬੂ ਕਰ ਲਏਗਾ, ਨੱਥ ਪਾ ਛੱਡੇਗਾ, ਦੇਵਤਾ ਹੋ ਜਾਏਗਾ। ਹਾਂਜੀ। ਸੁਣਿਆ ਧਰਤ ਵਲ ਆਕਾਸ਼, ਸੁਣਨ ਦੇ ਨਾਲ ਉਸ ਨੂੰ ਧਰਤੀ ਦੇ ਰਾਜ਼ ਦਾ ਪਤਾ ਚੱਲ ਜਾਏਗਾ
कि धरती ਨੂੰ ਕਿਸਨੇ ਚੁੱਕਿਆ, ਕਿਉਂਕਿ ਪੁਰਾਣਕ ਮਤ ਇਹ ਹੈ ਕਿ ਜ਼ਮੀਨ ਦੇ ਥੱਲੇ ਧੌਲਾ ਬੈਲ ਹੈ, ਚਿੱਟੇ ਰੰਗ ਦਾ ਇੱਕ ਬੈਲ ਹੈ, ਉਸਨੇ ਚੁੱਕੀ ਹੋਈ ਹੈ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜੋ ਸੁਣ ਲਵੇਗਾ, ਇਸ ਧਰਤੀ ਦੇ ਰਾਜ ਦਾ ਵੀ ਉਸ ਨੂੰ ਗਿਆਨ ਹੋ ਜਾਏਗਾ। ਇਸ ਦਾ ਮਤਲਬ ਜਿਸ ਨੂੰ ਅਸੀਂ ਸਾਇੰਟਿਸਟ ਕਹਿੰਦੇ ਹਾਂ, ਵਿਗਿਆਨਕ, ਪਰਮਾਤਮਾ ਦਾ ਨਾਮ ਸੁਣ ਕੇ ਉਹ ਵਿਗਿਆਨਕ ਵੀ ਹੋ ਸਕਦਾ ਹੈ। ਔਰ ਵਿਗਿਆਨ ਦੇ ਸੰਬੰਧ ਵਿੱਚ ਬੜੀ ਅਗੰਮੀ ਖੋਜਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਸਮਾਂ ਹੋ ਗਿਆ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਨਾਮ ਜੋ ਸੁਣ ਲੈਂਦਾ ਹੈ, ਉਸ ਨੂੰ ਪਤਾ ਚੱਲ ਜਾਂਦਾ ਹੈ ਆਕਾਸ਼ ਕਿਸ ਤਰ੍ਹਾਂ ਖੜਾ ਹੈ, ਔਰ ਇਹ ਧੌਲਾ ਬੈਲ ਕੀ ਹੈ, ਔਰ ਜ਼ਮੀਨ ਕਿਸ ਦੇ ਆਸਰੇ ਤੇ ਖੜੀ ਹੈ, ਇਸ ਸਾਰੀ ਸਚਾਈ ਦਾ ਉਸ ਨੂੰ ਪਤਾ ਚੱਲ ਜਾਂਦਾ। ਹਾਂਜੀ, ਸੁਣੀਐ ਦੀਪ ਲੋ ਪਾਤਾਲ। ਜਿਤਨੇ ਜਜ਼ੀਰੇ ਨੇ, ਆਈਲੈਂਡ ਜਿਨ੍ਹਾਂ ਨੂੰ ਕਹਿੰਦੇ ਨੇ ਦੀਪ, ਹਿੰਦੀ ਵਿੱਚ ਕਹਿੰਦੇ ਨੇ, ਸੰਸਕ੍ਰਿਤ ਦੇ ਦੀਪ, ਪਾਣੀ ਨੇ ਜੋ ਆਪਣੇ ਵਿੱਚ, ਸਾਗਰ ਨੇ ਜੋ ਆਪਣੇ ਵਿੱਚ ਧਰਤੀ ਨੂੰ ਪੈਦਾ ਕੀਤਾ ਹੋਇਆ, ਥਾਂ ਥਾਂ ਤੇ ਇਹਨਾਂ ਨੂੰ ਦੀਪ ਕਹਿੰਦੇ ਨੇ। ਪਰਮਾਤਮਾ ਦਾ ਨਾਮ ਸੁਣਨ ਨਾਲ ਸਾਰੇ ਦੀਪਾਂ ਦਾ ਪਤਾ ਚੱਲ ਜਾਂਦਾ ਹੈ। ਹੈਰਾਨਗੀ ਦੀ ਗੱਲ ਹੈ, ਉਹਨਾਂ ਦਿਨਾਂ 'ਚ ਹਵਾਈ ਜਹਾਜ਼ ਨਹੀਂ ਸਨ, ਨੌਖੰਡ ਪ੍ਰਿਥਵੀ ਦਾ ਵੀ ਜ਼ਿਕਰ ਹੈ, ਸਾਰੇ ਦੀਪਾਂ ਦਾ ਵੀ ਜ਼ਿਕਰ ਹੈ, ਖੰਡਾਂ ਬ੍ਰਹਿਮੰਡਾਂ ਦਾ ਵੀ ਜ਼ਿਕਰ ਹੈ, ਔਰ ਇਸ ਤਰ੍ਹਾਂ ਦੀਆਂ ਕੋਈ ਦੂਰਬੀਨਾਂ ਖੁਰਦਬੀਨਾਂ ਨਹੀਂ ਸਨ, ਕੋਈ ਹਵਾਈ ਜਹਾਜ਼ ਵੀ ਨਹੀਂ ਸਨ। ਜ਼ਿੰਦਗੀ ਬੜੀ ਛੋਟੀ ਹੈ, ਸਾਰਾ ਕਿਸ ਤਰ੍ਹਾਂ ਭਰਮਣ ਕੀਤਾ ਹੋਵੇਗਾ। ਪਹਾੜਾਂ ਦੀਆਂ ਗੱਲਾਂ, ਦੀਪਾਂ ਦੀਆਂ ਗੱਲਾਂ, ਖੰਡਾਂ ਬ੍ਰਹਿਮੰਡਾਂ ਦੀਆਂ ਗੱਲਾਂ, ਸਾਗਰ ਦੀਆਂ ਗੱਲਾਂ, ਪਰਮਾਤਮਾ ਦਾ ਨਾਮ ਸੁਣਿਆ, ਆਤਮਾ ਦੇ ਤਲ ਤੇ ਪਹੁੰਚੇ ਨੇ, ਆਤਮਾ ਵਿਆਪਕ ਹੈ, ਤੇ ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਸਰਵਗ, ਸਭ ਕੁਝ ਦੀ ਸਮਝ ਆ ਗਈ, ਇਸ ਨੂੰ ਸਭ ਕੁਝ ਦਾ ਜੋ ਹੈ ਪਤਾ ਚੱਲ ਗਿਆ। ਉਹਨੂੰ ਪਤਾ ਚੱਲ ਜਾਂਦਾ ਹੈ ਪਾਤਾਲ ਦਾ, ਉਸ ਨੂੰ ਪਤਾ ਚੱਲ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਜੋ ਹੈ ਜਜ਼ੀਰਿਆਂ ਦਾ, ਔਰ ਉਸ ਨੂੰ ਪਤਾ ਚੱਲ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਖੰਡ ਬ੍ਰਹਿਮੰਡਾਂ ਦਾ। ਹਾਂਜੀ, ਸੁਣਿਐ ਪੋਹ ਨ ਸਕੈ ਕਾਲ। ਸਮੇਂ ਦਾ ਉਸ ਦੇ ਤੇ ਪ੍ਰਭਾਵ ਨਹੀਂ ਪੈਂਦਾ। ਕਹਿੰਦੇ ਨਾ ਸਮੇਂ ਦੇ ਨਾਲ ਚੱਲਣਾ ਚਾਹੀਦਾ, ਸਮੇਂ ਦੇ ਨਾਲ ਬਦਲਣਾ ਚਾਹੀਦਾ। ਕਾਲ ਤੋਂ ਮੁਰਾਦ ਵਕਤ। ਆਮ ਲੋਕੀ ਕਹਿੰਦੇ ਨੇ ਵਕਤ ਦੇ ਮੁਤਾਬਕ ਚਲੋ, ਸਮੇਂ ਦੇ ਮੁਤਾਬਕ ਚਲੋ। तो समय के मुताबिक चलन तो मुराद की होंगे, कहें जो समाज करता है वही करो। समाज सारा शराब पिया पींदा है, पियो शराब। समाजिक तल ते स्त्री नगन घूम रही है, घूमो नंगे। समाजिक तल ते अजदवाजी जिंदगी, विआह शादियां गुड्डी गुड्डे दा खेल बन के रह गईयां। सवेरे शादी शामी तलाक। तो समाज नाल चलो फिर। ਜਿਹੜੇ ਜਿਹੜੇ ਇਸ ਵਕਤ ਦੇ ਪ੍ਰਭਾਵ ਹੇਠ ਆਏ ਨੇ, ਵਕਤ ਉਹਨਾਂ ਨੂੰ ਖਾ ਜਾਂਦਾ ਹੈ, ਸਮਾਂ ਉਹਨਾਂ ਨੂੰ ਨਸ਼ਟ ਕਰ ਦਿੰਦਾ ਹੈ, ਸਮੇਂ ਦੀ ਮਾਰ ਹੇਠ ਆ ਕੇ ਬਰਬਾਦ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਜੋ ਨਾਮ ਸੁਣਦੇ ਨੇ, ਸਮਾਂ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਸਮੇਂ ਦਾ, ਵਕਤ ਦਾ ਪ੍ਰਭਾਵ ਉਹਨਾਂ ਤੇ ਨਹੀਂ ਪੈਂਦਾ, ਕਾਲ ਦਾ ਪ੍ਰਭਾਵ ਉਹਨਾਂ ਤੇ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਅਕਾਲ ਦੀ ਗੱਲ ਸੁਣ ਲਈ। ਉਹ ਅਕਾਲ ਨਾਲ ਜੋ ਹੈ ਜੁੜੇ ਨੇ। ਸੁਣੇ ਪਹੁ ਨ ਸਕੇ ਕਾਲ। ਹਾਂਜੀ, ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਮਨ ਦੇ ਸਦੀਵੀ ਵਿਗਾਸ ਬਣਿਆ ਰਹਿੰਦਾ, ਸਦੀਵੀ ਖੇੜਾ ਬਣਿਆ ਰਹਿੰਦਾ। ਕਿਉਂ? ਸੁਣਿਆ ਦੁਖ ਪਾਪ ਕਾ, ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਸੁਣਦੇ ਨੇ। ਸੁਣ ਕੇ ਉਹਨਾਂ ਨੂੰ ਇਤਨੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਵਾਸਤਵਿਕ ਇਹ ਸੁਣਨਾ ਕੀ ਹੈ, ਮੈਂ ਫਿਰ ਦੁਹਰਾਵਾਂ। ਤੁਸੀਂ ਆਖੋ ਅਸੀਂ ਤੇ ਬਹੁਤ ਸੁਣਿਆ, ਨਾ ਤਨ ਦੇ ਚ ਰੋਗ ਮਿਟੇ, ਨਾ ਮਨ ਦਾ ਸੋਗ ਮਿਟਿਆ, ਤੇ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਹ ਵੀ ਕੋਈ ਨਹੀਂ ਹੋਈਆਂ। ਤਾਂ ਮੈਂ ਆਖਾਂਗਾ ਨਹੀਂ ਸੁਣਿਆ, ਬਸ ਨਹੀਂ ਸੁਣਿਆ। ਜੇ ਆਖੀਏ ਸੁਣਿਆ ਤੇ ਇਸ ਦਾ ਮਤਲਬ ਗੁਰੂ ਬਾਬਾ ਜੀ ਗਲਤ ਕਹਿ ਰਹੇ ਨੇ ਫਿਰ, ਕਿਉਂਕਿ ਇਹ ਕੁਝ ਤੇ ਹੋਇਆ ਨਹੀਂ ਜ਼ਿੰਦਗੀ 'ਚ। ਨਹੀਂ ਸੁਣਿਆ ਹੀ ਨਹੀਂ। ਤਾਂ ਤੁਸੀਂ ਆਖੋਗੇ ਅਸੀਂ ਸੁਣਦੇ ਪਏ, ਨਹੀਂ ਇਹ ਸੁਣਨਾ ਨਹੀਂ ਹੈ। ਤਾਂ ਫਿਰ ਸੁਣਨਾ ਕੀ ਹੈ? ਇਸ ਦਾ ਖੁਲਾਸਾ ਦੂਜੀ ਤੀਜੀ ਪੌੜੀ ਨੂੰ ਆਧਾਰ ਬਣਾ ਕੇ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਅੱਜ ਥਾਂ ਥਾਂ ਤੇ ਸਮਾਗਮ ਸਨ, ਘਰਾਂ ਦੇ ਗੁਰਦੁਆਰੇ ਵੀ 2 ਸਮਾਗਮ ਹੋਏ। ਇਸ ਤਰ੍ਹਾਂ ਸੰਗਤਾਂ ਦੀ ਵੀ ਮਸਰੂਫੀਅਤ ਰਹੀ, ਦਾਸ ਦੀ ਵੀ ਮਸਰੂਫੀਅਤ ਰਹੀ। ਤੇ ਚੇਲਾ ਰਾਮ ਜੀ ਆਏ,
ਬਹੁਤ ਥੋੜੀਆਂ ਸੰਗਤਾਂ ਸਨ ਜਦੋਂ ਉਹਨਾਂ ਨੇ ਕੀਰਤਨ ਆਰੰਭ ਕੀਤਾ, ਕਿਉਂਕਿ ਅੱਜ ਥਾਂ ਥਾਂ ਤੇ ਸਮਾਗਮ ਸਨ, ਜਗ੍ਹਾ ਜਗ੍ਹਾ ਸਮਾਗਮ ਸਨ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਬਾਕੀ ਅਗਲੀ ਪੌੜੀ ਦੀ ਵਿਚਾਰ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਜੋ ਹੈ ਸਮਾਪਤੀ। ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।